ਅਗਲੀਆਂ ਕੁਝ ਖਬਰਾਂ ਕਿਸਾਨਾਂ ਦੇ ਨਾਲ ਜੁੜੀਆਂ ਹੋਈਆਂ ਨੇ। ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕਿਸਾਨਾਂ ਨੂੰ ਫਸਲੀ ਚੱਕਰ ਤੋਂ ਕੱਢਣ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਮਕਸਦ ਨਾਲ ਮੂੰਗੀ ਤੇ ਐਮਐਸਪੀ ਦੇਣ ਦਾ ਫੈਸਲਾ ਲਿਆ ਸੀ। ਕਿਸਾਨਾਂ ਤੇ ਸੂਬਾ ਸਰਕਾਰ ਦੀ ਇਸ ਅਪੀਲ ਦਾ ਅਸਰ ਵੀ ਹੋਇਆ ਸੀ। ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਮੂੰਗੀ ਦੀ ਦਾਲ ਪੈਦਾ ਕੀਤੀ। ਸਰਕਾਰ ਨੇ ਵੀ ਐਮਐਸਪੀ ਦੇ ਮੁਤਾਬਿਕ ਰੇਟ ਦਿੱਤਾ, ਪਰ ਹੁਣ ਕੇਂਦਰ ਦੇ ਇੱਕ ਨਿਰਦੇਸ਼ ਨੇ ਪੰਜਾਬ ਸਰਕਾਰ ਦੇ ਫਸਲੀ ਚੱਕਰ ਚੋਂ ਕਿਸਾਨਾਂ ਨੂੰ ਕੱਢਣ ਦੀ ਕੋਸ਼ਿਸ਼ ਨੂੰ ਝਟਕਾ ਦਿੱਤਾ ਹੈ। ਦਰਅਸਲ ਕੇਂਦਰੀ ਖੁਰਾਕ ਮੰਤਰੀ ਨੇ ਸੂਬਿਆਂ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਨੇ। ਭਾਰਤ ਵਿੱਚ ਖੁਰਾਕ ਤੇ ਪੋਸ਼ਣ ਸੁਰੱਖਿਆ ਤੇ ਰਾਜ ਦੇ ਖੁਰਾਕ ਮੰਤਰੀਆਂ ਦੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਖੁਰਾਕ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਹੁਣ ਤੱਕ ਕੌਮੀ ਪੱਧਰ ਤੇ ਚੌਲਾਂ ਦੀ ਬਜਾਈ ਆਮ ਪੱਧਰ ਤੋਂ 16% ਘੱਟ ਹੈ। ਪੀਯੂਸ਼ ਗੋਇਲ ਨੇ ਕਿਹਾ ਕਿ ਅਸੀਂ ਸਾਰੇ ਸੂਬਿਆਂ ਨੂੰ ਚੌਲਾਂ ਦੀ ਖੇਤੀ ਵਧਾਉਣ ਦੀ ਮੰਗ ਕਰਦੇ ਹਾਂ, ਬੇਨਤੀ ਕਰਦੇ ਹਾਂ, ਕਿਉਂਕਿ ਵਰਤਮਾਨ ਸਮੇਂ ਦੇ ਵਿੱਚ ਪਿਛਲੇ ਸਾਲ ਦੇ ਨਾਲੋਂ ਘੱਟ ਹੋਈ ਹੈ। ਇਸ ਲਈ ਕਹਿੰਦੇ ਮੈਂ ਸਾਰੇ ਸੂਬਿਆਂ ਨੂੰ ਬੇਨਤੀ ਕਰਦਾ ਕਿਰਪਾ ਕਰਕੇ ਝੋਨੇ ਦੀ ਬਜਾਈ ਵਧਾਓ। ਸੋ ਇੱਕ ਪਾਸੇ ਸਾਡੀ ਸਰਕਾਰ, ਪੰਜਾਬ ਦੀ ਸਰਕਾਰ ਫਸਲੀ ਚੱਕਰ ਵਿੱਚੋਂ ਕਿਸਾਨਾਂ ਨੂੰ ਕੱਢਣ ਦੀ ਕੋਸ਼ਿਸ਼ ਦੇ ਵਿੱਚ ਸੀ, ਇਸੇ ਕਰਕੇ ਮੂੰਗੀ ਦੀ ਫਸਲ ਬੀਜਣ ਦੀ ਅਪੀਲ ਕੀਤੀ ਗਈ ਸੀ। ਦੂਸਰੇ ਪਾਸੇ ਹੁਣ ਕੇਂਦਰ ਸਰਕਾਰ ਨੇ ਕਹਿ ਦਿੱਤਾ ਹੈ ਕਿ ਚੌਲ ਹੋਰ ਪੈਦਾ ਕੀਤੇ ਜਾਣ। ਹਾਲਾਂਕਿ ਗੋਇਲ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਰਕਾਰ ਕੋਲੇ ਚੌਲਾਂ ਦਾ ਕਾਫੀ ਸਟਾਕ ਹੈ, ਸਟਾਕ ਦੀ ਕੋਈ ਸਮੱਸਿਆ ਨਹੀਂ ਹੈ, ਪਰ ਕੌਮਾਂਤਰੀ ਪੱਧਰ ਤੇ ਮੰਗ ਵਧੀ ਹੋਈ ਹੈ। ਇਸ ਲਈ ਕਹਿੰਦੇ ਸਾਡੇ ਕਿਸਾਨ ਜਿੰਨਾ ਜ਼ਿਆਦਾ ਉਤਪਾਦਨ ਕਰਦੇ ਨੇ ਉਹਨਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਵੀ ਚੰਗੀ ਕੀਮਤ ਮਿਲਦੀ ਹੈ, ਨਿਰਯਾਤ ਵਧਾਉਣ ਦੇ ਵਿੱਚ ਵੀ ਮਦਦ ਮਿਲੂਗੀ। ਪੀਯੂਸ਼ ਗੋਇਲ ਨੇ ਕਿਹਾ ਕਿ ਮੈਂ ਵਣਜ ਮੰਤਰੀ ਵੀ ਹਾਂ, ਇਸ ਲਈ ਨਿਰਯਾਤ ਨੂੰ ਵਧਾਉਂਦੇ ਰਹਿਣਾ ਹੋਵੇਗਾ। ਇਸ ਦੇ ਨਾਲ ਹੀ ਕੇਂਦਰੀ ਖੁਰਾਕ ਮੰਤਰੀ ਨੇ ਰਾਜਾਂ ਨੂੰ ਯਾਨੀ ਕਿ ਸੂਬਿਆਂ ਨੂੰ ਕਣਕ ਹੇਠਲਾ ਰਕਬਾ ਵਧਾਉਣ ਲਈ ਵੀ ਸਲਾਹ ਦਿੱਤੀ ਹੈ। ਕਣਕ ਦੀ ਬਿਜਾਈ ਅਕਤੂਬਰ-ਨਵੰਬਰ ਤੱਕ ਸ਼ੁਰੂ ਹੋ ਜਾਊਗੀ। ਉਹਨਾਂ ਨੇ ਕਿਹਾ ਕਿ ਇਸ ਦਰਮਿਆਨ ਕਣਕ ਦੀ ਵਾਧੂ ਬਿਜਾਈ ਵੀ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਮੱਧ ਪ੍ਰਦੇਸ਼ ਤੇ ਯੂਪੀ ਇਸ ਤੇ ਵਿਚਾਰ ਕਰ ਰਹੇ ਨੇ, ਪੰਜਾਬ ਨੂੰ ਵੀ ਵਿਚਾਰ ਕਰਨਾ ਚਾਹੀਦਾ ਹੈ। ਨਾਲ ਹੀ ਉਹਨਾਂ ਨੇ ਪੰਜਾਬ, ਹਰਿਆਣਾ ਤੇ ਯੂਪੀ ਨੂੰ ਸੁੰਗੜੇ ਹੋਏ ਅਨਾਜ ਦੇ ਬੀਜ ਦੀ ਵਰਤੋਂ ਨਾ ਕਰਨ ਦੀ ਵੀ ਸਲਾਹ ਦਿੱਤੀ ਹੈ। ਉਹਨਾਂ ਕਿਹਾ ਕਿ ਦੂਸਰੇ ਉਹਨਾਂ ਸੂਬਿਆਂ ਤੋਂ ਤੁਸੀਂ ਬੀਜ ਲੈ ਕੇ ਬੀਜੋ ਜਿੱਥੇ ਅਨਾਜ ਸੁੰਗੜਿਆ ਨਹੀਂ ਸੀ। ਹੁਣ ਗੱਲ ਕਰਾਂਗੇ ਮਾਲਵੇ ਦੇ ਕਿਸਾਨਾਂ ਦੇ ਦੁੱਖਾਂ ਦੀ ਦਾਸਤਾਨ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀ। ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਵੱਲੋਂ ਮਰੁੰਡ ਲੈਣ ਦੀ ਚੀਸ ਪਿਛਲੇ ਸਾਲ ਵਾਲੀ ਹਾਲੇ ਮੱਠੀ ਨਹੀਂ ਸੀ ਪਈ ਕਿ ਹਾੜੀ ਦੇ ਘੱਟ ਝਾੜ ਨੇ ਮੁੜ ਜ਼ਖਮ ਹਾਰੇ ਕਰ ਦਿੱਤੇ ਤੇ ਹੁਣ ਫੇਰ ਐਤਕੀ ਵੀ ਗੁਲਾਬੀ ਸੁੰਡੀ ਦੀ ਮਾਰ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ। ਐਤਕੀ ਫਸਲ ਨੂੰ ਸਿਰਫ ਗੁਲਾਬੀ ਸੁੰਡੀ ਹੀ ਨਹੀਂ ਪਈ ਬਲਕਿ ਮਿਲੀ ਬੱਗ ਤੇ ਸਫੇਦ ਮੱਖੀ ਨੇ ਵੀ ਹੱਲਾ ਬੋਲ ਦਿੱਤਾ। ਇਹਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਗੁਲਾਬੀ ਸੁੰਡੀ ਦਾ ਹਮਲਾ ਰੋਕਣ ਲਈ ਕੀਤੀਆਂ ਤਿਆਰੀਆਂ ਵੀ ਧਰਾਈਆਂ ਰਹਿ ਗਈਆਂ ਨੇ। ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਾਂਝੇ ਤੌਰ ਤੇ ਗੁਲਾਬੀ ਸੁੰਡੀ ਦਾ ਅਗਾਊਂ ਹਮਲਾ ਰੋਕਣ ਦੀ ਦਵਾਈ ਤਿਆਰ ਕਰਨ ਦਾ ਦਾਅਵਾ ਕੀਤਾ ਸੀ। ਨਰਮੇ ਦੀ ਫਸਲ ਤੇ ਇਸ ਵਾਰੀ ਇੰਨਾ ਕੁ ਜ਼ਬਰਦਸਤ ਹਮਲਾ ਹੈ ਕਿ ਕਿਸਾਨਾਂ ਦੇ ਕੋਲ ਖੇਤਾਂ ਦੇ ਵਿੱਚ ਖੜੀ ਫਸਲ ਵਾਹੁਣ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਰਹਿ ਗਿਆ। ਮਾਨਸਾ ਦਾ ਪਿੰਡ ਝੇਰਿਆਂ ਵਾਲੀ ਹੈ ਜਿੱਥੇ ਇੱਕ ਕਿਸਾਨ ਨੇ 4 ਹੈਕਟੇਅਰ ਨਰਮੇ ਦੀ ਖੜੀ ਫਸਲ ਵਾਹ ਦਿੱਤੀ ਹੈ। ਨਰਮੇ ਦੀ ਜਾਂ ਕੋਈ ਵੀ ਫਸਲ ਜਦੋਂ ਬੀਜੀ ਹੈ, ਉਸ ਨੂੰ ਪਾਲਿਆ ਹੈ ਤੇ ਫਿਰ ਉਸ ਨੂੰ ਵਾਹੁਣਾ ਪੈ ਜਾਵੇ, ਉਹ ਦੁੱਖ ਹੈ ਜਿਹੜਾ ਉਹ ਕਿਸਾਨ ਤੋਂ ਵੱਧ ਕੋਈ ਸਮਝ ਨਹੀਂ ਸਕਦਾ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਕੋਈ ਹੱਲ ਨਾ ਹੁੰਦਾ ਦੇਖ ਕੇ ਮਜਬੂਰੀ ਵਸ ਉਹਨਾਂ ਨੂੰ ਖੜੀ ਫਸਲ ਵਾਹੁਣੀ ਪੈ ਰਹੀ ਹੈ। ਪਿੰਡ ਦੇ ਕਿਸਾਨਾਂ ਨੇ ਆਪਣੀ ਮਜਬੂਰੀ ਦੱਸੀ ਹੈ। 8 ਏਕੜ ਦੇ ਵਿੱਚੋਂ ਆਪਣੇ ਕੋਲ 5 ਕਿੱਲੇ ਠੇਕੇ ਤੇ ਸੀਗੇ ਜੀ ਤੇ 4 ਕਿੱਲੇ ਆਪਾਂ ਅੱਜ ਵਾਹਤੇ ਜੀ। ਇਹਦੇ ਤੇ ਗੁਲਾਬੀ ਸੁੰਡੀ, ਚਿੱਟਾ ਮੱਛਰ ਤੇ ਮਿਲੀ ਬੱਗ ਦਾ ਅਟੈਕ ਬਹੁਤ ਜ਼ਿਆਦਾ ਹੈਗਾ। ਗੁਲਾਬੀ ਸੁੰਡੀ ਦਾ ਪਹਿਲਾਂ ਪਿਛਲੀ ਵਾਰ ਨਾਲੋਂ 70-75 ਦਿਨ ਪਹਿਲਾਂ ਅਟੈਕ ਹੋ ਗਿਆ ਤੇ ਪਿਛਲੀ ਵਾਰ ਮਣ ਨਰਮਾ 2 ਮਣ ਕਿੱਲੇ ਦਾ ਹੋ ਗਿਆ ਸੀ। ਐਤਕੀ ਉਹਦੀ ਵੀ ਆਸ ਹੈ ਨਹੀਂ ਗੀ ਬਾਈ ਜੀ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਸਾਡੀ ਕਣਕ ਵੀ ਮਰ ਗਈ, ਸਾਡੀ ਕਣਕ ਵੀ 20-25 ਮਣ ਦੀਆਂ ਨਿਕਲੀਆਂ ਨੇਗੀਆਂ। ਗਰਮੀ ਜ਼ਿਆਦਾ ਪੈ ਗਈ, ਪਹਿਲਾਂ ਨਰਮਾ ਮਰ ਗਿਆ, ਤੀਜੀ ਫਸਲ ਮਰਦੀ ਹੈ ਬਾਈ ਜੀ। ਸਾਡੀ ਕਿਸਾਨ ਕਰੇ ਤਾਂ ਕੀ ਕਰੇ। ਨਰਮੇ ਦਾ ਹੁਣ ਅਸੀਂ ਕੀ ਕਹਿ ਸਕਦੇ ਹਾਂ, ਬਸ ਸਾਡੇ ਕੋਲੇ ਹੁਣ ਕੋਈ ਸ਼ਬਦ ਵੀ ਨਹੀਂ। ਇਹਦਾ ਹੁਣ ਸਰਕਾਰ ਨੂੰ ਵੀ ਦਿਸੀ ਜਾਂਦਾ। ਕਿੰਨੇ ਦਿਨ ਹੋ ਗਏ ਜਿਵੇਂ ਪਿੰਡ ਭਲਿਆਈ ਕੇ ਮਤਲਬ ਰੋਜ਼ ਹੀ ਮੀਡੀਆ ਦੇ ਵਿੱਚ ਆਈ ਜਾਂਦਾ ਵੀ ਫਸਲ ਨਰਮੇ ਦੀ ਵਾਹੀ ਜਾ ਰਹੇ। ਬਾਕੀ ਆ ਹੁਣ ਤੁਹਾਡੇ ਸਾਹਮਣੇ ਹੈ ਜਿਹੜੇ ਨਰਮੇ ਨੇ ਫੁੱਲ ਚੱਕਿਆ ਹੈਗਾ, ਉਸੇ ਫੁੱਲ ਦੇ ਵਿੱਚ ਸੁੰਡੀ ਪਹਿਲਾਂ ਤਿਆਰ ਹੁੰਦੀ ਹੈ ਜੀ। ਫਸਲ ਤਾਂ ਤਕਰੀਬਨ 70-80% ਖਰਾਬ ਹੋਣੀ ਸ਼ੁਰੂ ਹੋ ਗਈ ਜੀ। ਹੁਣ ਤਾਂ ਟਾਈਮ ਹੀ ਬਚਿਆ ਕੋਈ ਜਿਹੜਾ ਛੋਟਾ ਨਰਮਾ ਉਹਦੇ ਤਾਂ ਮਾੜਾ ਮੋਟਾ ਬਚਦਾ। ਜਿਹੜਾ ਵੱਡਾ ਨਰਮਾ ਹੋ ਗਿਆ ਜਿਵੇਂ ਆ ਲੱਗ ਨਰਮਾ ਵਾਹੀ ਜਾਂਦੇ, ਇਹ ਤਾਂ ਤਕਰੀਬਨ 90% ਖਤਮ ਹੋ ਗਿਆ ਜੀ। ਸੋ ਕਿਸਾਨ ਸਰਕਾਰ ਤੋਂ ਤੁਰੰਤ ਗਿਰਦੌਰੀ ਦੀ ਮੰਗ ਕਰ ਰਹੇ ਨੇ। ਉੱਥੇ ਨਾਲ ਹੀ ਚੇਤਾਵਨੀ ਵੀ ਦਿੱਤੀ ਹੈ ਮਾਨਸਾ ਦੇ ਕਿਸਾਨਾਂ ਨੇ ਕਿ 7 ਜੁਲਾਈ ਨੂੰ ਜ਼ਿਲ੍ਹਾ ਖੇਤੀਬਾੜੀ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਾਂਗੇ। ਸੋ ਮਾਲਵਾ ਪੱਟੀ ਹੈ ਜਿਹੜੀ, ਉੱਥੇ ਨਰਮੇ ਦੀ ਫਸਲ ਉਸ ਨੂੰ ਨਰਮਾ ਪੱਟੀ ਕਿਹਾ ਜਾਂਦਾ ਹੈ। ਇੱਧਰ ਹੁਣ ਸਰਕਾਰ ਨੂੰ ਜ਼ਾਹਿਰ ਤੌਰ ਤੇ ਵੱਧ ਧਿਆਨ ਦੇਣ ਦੀ ਲੋੜ ਹੈ। ਖੇਤੀਬਾੜੀ ਮਹਿਕਮੇ ਨੂੰ ਤੁਰੰਤ
ਤੁਰੰਤ ਇਹਨਾਂ ਖੇਤਾਂ ਦੇ ਵਿੱਚ ਦੌਰਾ ਕਰਨ ਦੀ ਲੋੜ ਹੈ ਤੇ ਕਿਸਾਨਾਂ ਨੂੰ ਸਲਾਹ ਦੇਣੀ ਚਾਹੀਦੀ ਹੈ। ਕਿਸਾਨਾਂ ਨੂੰ ਦਵਾਈਆਂ ਜਿਹੜੀਆਂ ਨੇ ਇੱਥੇ ਕਿਹੜੀਆਂ ਛਿੜਕੀਆਂ ਜਾਣ, ਕਿਵੇਂ ਨਰਮੇ ਦੀ ਫਸਲ ਨੂੰ ਬਚਾਇਆ ਜਾਵੇ, ਫੌਰੀ ਇਸ ਤੇ ਕੰਮ ਕਰਨ ਦੀ ਲੋੜ ਹੈ।